Students, this is Sharanjit Kaur from Meritorious School Gurdaspur and I'm working there as a lecturer of chemistry. ਤੇ ਅੱਜ ਜਿਹੜਾ ਟੌਪਿਕ ਅਸੀਂ ਡਿਸਕਸ ਕਰਨਾ ਹੈ that is isomerism in coordination compounds. ਤੇ ਸਭ ਤੋਂ ਪਹਿਲੇ ਅਸੀਂ ਦੇਖੀਏ ਕਿ isomerism ਹੁੰਦੀ ਕੀ ਹੈ। ਉਹਦੇ ਲਈ firstly we have to see what are isomers. Isomers ਕੀ ਹੁੰਦੇ ਨੇ? Isomers ਉਹ compounds ਹੁੰਦੇ ਨੇ ਜਿਨ੍ਹਾਂ ਦੇ molecular formula ਜਿਹੜੇ same ਹੁੰਦੇ ਨੇ but ਉਹਨਾਂ ਦੀ properties ਜਿਹੜੀਆਂ ਉਹ different ਹੁੰਦੀਆਂ ਨੇ। ਜਿਵੇਂ ਕਿ ਆਪਾਂ ਗੱਲ ਕਰੀਏ ਕਿ ਜਿੰਨਾ ਕੰਪਾਊਂਡਸ ਦੇ ਮੋਲੀਕੂਲਰ ਫਾਰਮੂਲਾ ਜਾਂ ਫਿਰ ਮੋਲੀਕੂਲਰ ਕੰਪੋਜੀਸ਼ਨ ਜਿਹੜੀ ਆ ਉਹ ਸੇਮ ਹੋਏਗੀ ਬਟ ਉਹਨਾਂ ਦੀਆਂ ਫਿਜ਼ੀਕਲ ਤੇ ਕੈਮੀਕਲ ਪ੍ਰੋਪਰਟੀਜ਼ ਜਿਹੜੀਆਂ ਡਿਫਰੈਂਟ ਹੋਣਗੀਆਂ। ਇਹੋ ਜਿਹੇ ਕੰਪਾਊਂਡਸ ਨੂੰ ਅਸੀਂ ਕੀ ਕਹਿ ਦਿੰਦੇ ਆ? ਆਈਸੋਮਰਸ। ਤੇ ਇਸ ਫੈਨੋਮੇਨਾ ਨੂੰ ਅਸੀਂ ਕਹਿ ਦਿੰਦੇ ਆ ਆਈਸੋਮੈਰਿਜ਼ਮ। ਹੁਣ ਜੇ ਅਸੀਂ ਕੋਆਰਡੀਨੇਸ਼ਨ ਕੰਪਾਊਂਡਸ ਦੀ ਗੱਲ ਕਰੀਏ ਤੇ ਕੋਆਰਡੀਨੇਸ਼ਨ ਕੰਪਾਊਂਡਸ ਦੇ ਸ਼ੋ ਟੂ ਟਾਈਪਸ ਆਫ ਆਈਸੋਮੈਰਿਜ਼ਮ। One is structural isomerism and the other is stereoisomerism. दो तरह की isomerism coordination compounds exhibit करते हैं। एक होंगी structural isomerism and the second one is stereoisomerism. Students पहले से discuss करेंगे structural isomerism and coordination compounds. Structural isomerism हम है कि structural isomerism मतलब कि ਜਿਹੜੀ ਆਈਸੋਮੈਰਿਜ਼ਮ ਅਰਾਈਜ਼ ਹੋਏਗੀ ਕੋਆਰਡੀਨੇਸ਼ਨ ਕੰਪਾਊਂਡਸ ਦੇ ਵਿੱਚ ਡਿਊ ਟੂ ਡਿਫਰੈਂਸਸ ਇਨ देयर ਸਟਰਕਚਰਸ ਦੀ ਉਹਨਾਂ ਦੇ ਸਟਰਕਚਰਸ ਦੇ ਵਿੱਚ ਜਿਹੜੇ ਡਿਫਰੈਂਸਸ ਕਰਕੇ ਆਈਸੋਮੈਰਿਜ਼ਮ ਅਰਾਈਜ਼ ਹੋਏਗੀ ਉਹਨੂੰ ਅਸੀਂ ਕਹਾਂਗੇ ਸਟਰਕਚਰਲ ਆਈਸੋਮੈਰਿਜ਼ਮ। ਹੁਣ ਜਿਹੜੀ ਸਟਰਕਚਰਲ ਆਈਸੋਮੈਰਿਜ਼ਮ ਹੁੰਦੀ ਹੈ ਕੋਆਰਡੀਨੇਸ਼ਨ ਕੰਪਾਊਂਡਸ ਦੇ ਵਿੱਚ ਚਾਰ ਤਰ੍ਹਾਂ ਦੀ ਸਟਰਕਚਰਲ ਆਈਸੋਮੈਰਿਜ਼ਮ ਹੁੰਦੀ ਹੈ। First is ionization isomerism, second type is solvate or hydrate isomerism, third type is linkage isomerism and the fourth type is coordination isomerism. ਅਸੀਂ ਇਹ ਚਾਰੋਂ ਟਾਈਪਸ ਦੀਆਂ ਆਈਸੋਮੈਰਿਜ਼ਮ ਨੂੰ ਹੁਣ one by one ਡਿਸਕਸ ਕਰਾਂਗੇ with certain examples. ਇਹ ਟਾਈਪ ਆਪਾਂ ਸਟਰਕਚਰਲ ਆਈਸੋਮੈਰਿਜ਼ਮ ਦੀ ਡਿਸਕਸ ਕਰਨੀ ਹੈ in coordination compounds, that is ionization isomerism. ਹੁਣ ionization isomerism ਕੀ ਹੁੰਦੀ ਹੈ? ਆਇਨਾਈਜ਼ੇਸ਼ਨ ਆਈਸੋਮਰਸ ਉਹ ਕੰਪਾਊਂਡਸ ਹੁੰਦੇ ਨੇ ਜਿਨ੍ਹਾਂ ਦਾ ਮੋਲੀਕੂਲਰ ਫਾਰਮੂਲਾ ਜਾਂ ਕਹਿ ਲਓ ਕਿ ਮੋਲੀਕੂਲਰ ਕੰਪੋਜੀਸ਼ਨ ਜਿਹੜੀ ਉਹ ਸੇਮ ਹੁੰਦੀ ਹੈ but they give different ions in the solutions. जब ਉਹਨਾਂ ਕੰਪਾਊਂਡਸ ਦੇ ਆਪਾਂ ਸੋਲੂਸ਼ਨ ਬਣਾਵਾਂਗੇ ਮੈਨੇ ਉਹਨਾਂ ਨੂੰ ਮੰਨ ਲਓ ਅਸੀਂ ਪਾਣੀ ਦੇ ਵਿੱਚ ਡਿਸੋਲਵ ਕਰਦੇ ਹਾਂ ਤਾਂ ਪਾਣੀ ਦੇ ਵਿੱਚ ਦੋਨੋਂ ਜਿਹੜੇ ਕੰਪਾਊਂਡਸ ਹੈ ਅਲੱਗ-ਅਲੱਗ ਆਇਨਸ ਦੇਣਗੇ ਤੇ ਇਹੋ ਜਿਹੇ ਕੰਪਾਊਂਡਸ ਨੂੰ ਅਸੀਂ ਕਹਿ ਦਿੰਦੇ ਆ ਆਇਨਾਈਜ਼ੇਸ਼ਨ ਆਈਸੋਮਰਸ ਐਂਡ ਦੀ ਫੀਨੋਮੇਨਾ ਇਜ਼ ਨੋਨ ਐਜ਼ ਆਇਨਾਈਜ਼ੇਸ਼ਨ ਆਈਸੋਮੈਰਿਜ਼ਮ। ਤੇ ਵੀ ਵਿਲ ਟੇਕ ਵਨ ਐਗਜ਼ਾਮਪਲ। ਫॉर ਐਗਜ਼ਾਮਪਲ ਇੱਥੇ ਦੋ ਕੰਪਲੈਕਸਸ ਨੇ ਸਾਡੇ ਕੋਲ। ਫਰਸਟ ਵਨ ਇਜ਼ ਪੈਂਟਾਮਾਈਨ। जेकर आप नेमिंग करांगे एक ही है पेंटा अमाइन ब्रोमाइडो कोबाल्ट 3 सल्फेट। ते जेकर आप इस कंपाउंड की गल करिए ਇਹਦੀ नेम है पेंटा अमाइन सल्फेटो कोबाल्ट 3 ब्रोमाइड। ਹੁਣ ਦੋਨੋਂ ਕੋਆਰਡੀਨੇਸ਼ਨ ਕੰਪਾਊਂਡਸ ਨੂੰ ਜੇਕਰ ਆਪਾਂ ਦੇਖਦੇ ਹਾਂ ਤੇ ਦੋਨਾਂ ਦੇ ਵਿੱਚ ਕੰਪੋਜੀਸ਼ਨ ਤੇ ਸੇਮ ਹੈ। ਇਹਦੇ ਵਿੱਚ ਵੀ ਕੋਬਾਲਟ ਸੈਂਟਰਲ ਐਟਮ ਹੈ, ਇਹਦੇ ਵਿੱਚ ਵੀ ਸੈਂਟਰਲ ਐਟਮ ਕੋਬਾਲਟ ਹੈ। ਇਹਦੇ ਵਿੱਚ ਲਿਗੈਂਡਸ ਜਿਹੜੇ ਆ ਅਮੋਨੀਆ ਹੈ, ਬ੍ਰੋਮੀਨ ਇਜ਼ देयर, ਸਲਫੇਟ ਆਇਨਸ ਆਰ देयर। ਇਨ ਦਿਸ ਕੇਸ ਆਪਣੇ ਕੋਲੇ ਕਿਹੜੇ ਨਾਲ ਇਹਦੇ ਨਾਲ ਜਿਹੜੇ ਅਟੈਚਡ ਲਿਗੈਂਡਸ ਨੇ ਦੇ ਆਰ ਅਮੋਨੀਆ ਇਜ਼ देयर, ਸਲਫੇਟ ਹੈ, ਦੈਨ ਬ੍ਰੋਮਾਈਡ ਆਇਨ ਇਜ਼ देयर, ਰਾਈਟ। ਤੇ ਹੁਣ ਜੇਕਰ ਆਪਾਂ ਕੰਪੋਜੀਸ਼ਨ ਦੀ ਗੱਲ ਕਰੀਏ ਤਾਂ ਦੋਨਾਂ ਕੰਪਾਊਂਡਸ ਦੀ ਕੰਪੋਜੀਸ਼ਨ ਤਾਂ ਸੇਮ ਹੈ ਪਰ ਅਗਰ ਜੇਕਰ ਆਪਾਂ ਇਹਨਾਂ ਦਾ ਸਟਰਕਚਰ ਵਾਈਜ਼ ਦੇਖੀਏ ਤੇ ਇਸ ਕੇਸ ਦੇ ਵਿੱਚ ਜਿਹੜਾ ਸਲਫੇਟ ਆਇਨ ਹੈ ਇੱਕ ਕਾਊਂਟਰ ਆਇਨ ਦੀ ਤਰ੍ਹਾਂ ਐਕਟ ਕਰ ਰਿਹਾ ਤੇ ਇਸ ਕੇਸ ਦੇ ਵਿੱਚ ਜਿਹੜਾ ਬ੍ਰੋਮਾਈਡ ਆਇਨ ਹੈ ਉਹ ਕਾਊਂਟਰ ਆਇਨ ਮੈਨੇ ਕੋਆਰਡੀਨੇਸ਼ਨ ਸਫੀਅਰ ਦੇ ਬਾਹਰ ਪ੍ਰੈਜ਼ੈਂਟ ਨੇ। ਹੁਣ ਜੇਕਰ ਮੰਨ ਲਓ ਅਸੀਂ ਇਹਦਾ ਸੋਲੂਸ਼ਨ ਬਣਾਉਂਦੇ ਆ ਮੈਨੇ ਕਿ ਅਗਰ ਅਸੀਂ ਇਹਨੂੰ ਡਿਸੋਲਵ ਕਰਨੇ ਆ ਪਾਣੀ ਦੇ ਵਿੱਚ ਮੰਨ ਲਓ ਆਪਾਂ ਇਸ ਕੰਪਾਊਂਡ ਨੂੰ ਜਿਹੜਾ ਪਾਉਂਦੇ ਆ ਤੇ ਇਹ ਉਹਦੇ ਵਿੱਚ ਜਿਹੜਾ ਸਾਡੇ ਕੋਲ ਆਇਨਸ ਆਣਗੇ ਉਹ ਕਿਹੜੇ ਆਣਗੇ? NH3 5Br ਸਲਫੇਟ ਆਇਨ ਇਹਦੇ ਚੋਂ ਡਿਸੋਸੀਏਟ ਹੋ ਜਾਣਾ SO4 2 ਨੈਗੇਟਿਵ ਇਹ ਸਾਡਾ ਪੋਜ਼ਿਟਿਵਲੀ ਚਾਰਜਡ ਕੰਪਲੈਕਸ ਬਣਦਾ। ਸਿਮਿਲਰਲੀ ਜੇਕਰ ਆਪਾਂ ਇਸ ਕੰਪਾਊਂਡ ਨੂੰ ਪਾਣੀ ਦੇ ਵਿੱਚ ਪਾਉਂਦੇ ਆ ਇਹਦਾ ਸੋਲੂਸ਼ਨ ਬਣਾਵਾਂਗੇ ਇਹ डिसोसिएट हो जाएगा टू गिव अस CONH3 5 SO4। इचो आयन केड़ा निकल गया? ब्रोमाइड आयन, and this complex will be positively charged।
मतलब जेकर ਆਪਾਂ ਇਹਨਾਂ ਦੋਨਾਂ ਆਇਨਾਈਜੇਸ਼ਨ ਆਈਸੋਮਰਸ ਨੂੰ ਦੇਖੀਏ ਤੇ ਦੋਨਾਂ ਦੇ ਵਿੱਚ ਕੰਪੋਜੀਸ਼ਨ ਦੋਨਾਂ ਦੀ ਸੇਮ ਹੈ, ਪਰ ਇਹ ਸੋਲੂਸ਼ਨ ਦੇ ਵਿੱਚ ਸਾਨੂੰ ਕੀ ਦੇ ਰਿਹਾ, ਸਲਫੇਟ ਆਇਨ ਦੇ ਰਿਹਾ, ਇਹ ਵਾਲਾ ਕੰਪਾਊਂਡ ਸੋਲੂਸ਼ਨ ਦੇ ਵਿੱਚ ਸਾਨੂੰ ਬ੍ਰੋਮਾਈਡ ਆਇਨ ਦੇ ਰਿਹਾ। ਇਸ ਕਰਕੇ ਇਹ ਦੋਨੋਂ ਜਿਹੜੇ ਆ ਦੇ ਆਰ ਆਇਨਾਈਜੇਸ਼ਨ ਆਈਸੋਮਰਸ। ਹੁਣ ਜੇਕਰ ਆਪਾਂ ਗੱਲ ਕਰੀਏ ਇਸ ਕੇਸ ਦੇ ਵਿੱਚ ਸਲਫੇਟ ਆਇਨਸ ਜਿਹੜੇ ਆ ਇਹ ਰਿਲੀਜ਼ ਹੋਣਗੇ ਸੋਲੂਸ਼ਨ ਦੇ ਵਿੱਚ, ਇਸ ਕੇਸ ਦੇ ਵਿੱਚ ਬ੍ਰੋਮਾਈਡ ਆਇਨਸ। ਹੁਣ ਇਹਨੂੰ ਆਪਾਂ ਟੈਸਟ ਵੀ ਕਰ ਸਕਦੇ ਹਾਂ, मतलब कि जेकर ਆਪਾਂ ਇਸ ਸੋਲੂਸ਼ਨ ਦੇ ਵਿੱਚ ਸਪੋਜ਼ ਅਸੀਂ ਐਡ ਕਰਤਾ ਬੇਰੀਅਮ ਕਲੋਰਾਈਡ, ਤੇ ਜੇ ਆਪਾਂ ਬੇਰੀਅਮ ਕਲੋਰਾਈਡ ਐਡ ਕਰਾਂਗੇ ਸਲਫੇਟ ਆਇਨ ਨੇ ਕਲੋਰਾਈਡ ਆਇਨਸ ਨੂੰ ਰਿਪਲੇਸ ਕਰ ਦੇਣਾ, ਇਟ ਵਿਲ ਫਾਰਮ ਬੇਰੀਅਮ ਸਲਫੇਟ। ਬੇਰੀਅਮ ਸਲਫੇਟ ਦਾ ਜਿਹੜਾ ਹੈ ਪ੍ਰੈਸਿਪਿਟੇਟ ਉਹ ਫਾਰਮ ਹੋ ਜਾਏ, ਰਾਈਟ। ਜੇਕਰ ਆਪਾਂ ਬੇਰੀਅਮ ਕਲੋਰਾਈਡ ਨੂੰ ਇਸ ਸੋਲੂਸ਼ਨ ਦੇ ਵਿੱਚ ਪਾਵਾਂਗੇ ਤੇ ਕੋਈ ਰਿਐਕਸ਼ਨ ਨਹੀਂ ਹੋਣੀ, ਬਟ ਇਨਸਟੈਡ ਆਫ ਬੇਰੀਅਮ ਕਲੋਰਾਈਡ ਇਫ ਵੀ ਐਡ ਸਿਲਵਰ ਨਾਈਟ੍ਰੇਟ, ਜੇਕਰ ਆਪਾਂ ਇਹਦੇ ਚ ਐਡ ਕਰ ਦਾਂਗੇ ਤੇ ਇਹਨੇ ਕੀ ਬਣਾ ਦੇਣਾ ਹੈ, AgBr ਦੇ ਪ੍ਰੈਸਿਪਿਟੇਟ ਬਣਨਗੇ। मतलब ਜਿਹਦੇ ਤੋਂ ਆਪਾਂ ਕਲੀਅਰ ਹੋ ਜਾਏਗਾ ਸਾਨੂੰ ਕਿ ਇਹਦੇ ਵਿੱਚ ਜੇ ਬੇਰੀਅਮ ਕਲੋਰਾਈਡ ਪਾਵਾਂਗੇ ਤੇ ਪ੍ਰੈਸਿਪਿਟੇਟ ਬਣ ਜਾਣਗੇ, ਇਹਦਾ मतलब ਕਿ ਇਹਦੇ ਵਿੱਚ ਸਲਫੇਟ ਆਇਨ ਪ੍ਰੈਜ਼ੈਂਟ ਹੈ, ਤੇ ਜੇ ਇਹਦੇ ਵਿੱਚ ਅਸੀਂ ਸਿਲਵਰ ਨਾਈਟ੍ਰੇਟ ਐਡ ਕਰਾਂਗੇ ਸਾਡੇ ਕੋਲ ਸਿਲਵਰ ਬ੍ਰੋਮਾਈਡ ਦਾ ਪ੍ਰੈਸਿਪਿਟੇਟ ਬਣ ਜਾਏਗਾ, ਜਿਹਦੇ ਨਾਲ ਇਹ ਕਲੀਅਰ ਹੋ ਜਾਏਗਾ ਕਿ ਇਹਦੇ ਵਿੱਚ ਜਿਹੜਾ ਕਿ ਬ੍ਰੋਮਾਈਡ ਆਇਨ ਪ੍ਰੈਜ਼ੈਂਟ ਹੈ, ਰਾਈਟ। ਸੋ ਆਇਨਾਈਜੇਸ਼ਨ ਆਈਸੋਮਰਸ ਕੀ ਹੋ ਗਏ, ਉਹ ਕੰਪਾਊਂਡਸ ਜਿਨ੍ਹਾਂ ਦਾ ਮੋਲੀਕੂਲਰ ਫਾਰਮੂਲਾ ਸੇਮ ਹੈ ਬਟ ਦੇ ਗਿਵ ਡਿਫਰੈਂਟ ਆਇਨਸ ਇਨ देयर ਸੋਲੂਸ਼ਨਸ। ਹਾਂਜੀ ਸਟੂਡੈਂਟਸ, ਜਿਹੜੀ ਸੈਕੰਡ ਟਾਈਪ ਆਫ ਸਟਰਕਚਰਲ ਆਈਸੋਮੈਰਿਜ਼ਮ ਹੈਗੀ ਹੈ ਦੈਟ ਇਜ਼ ਸੋਲਵੇਟ ਜਾਂ ਹਾਈਡਰੇਟ ਆਈਸੋਮੈਰਿਜ਼ਮ। ਹੁਣ ਸੋਲਵੇਟ ਤੇ ਹਾਈਡਰੇਟ ਆਈਸੋਮੈਰਿਜ਼ਮ ਹੁੰਦੀ ਕੀ ਹੈ, ਜਿਹੜੇ ਕੰਪਾਊਂਡਸ ਦੀ ਕੰਪੋਜੀਸ਼ਨ ਸੇਮ ਹੋਏ ਬਟ ਉਹ ਵੇਰੀ ਕਾਦੇ ਚ ਕਰਨਗੇ, ਦੇ ਵੇਰੀ ਇਨ ਦੀ ਨੰਬਰ ਆਫ ਸੋਲਵੈਂਟ ਮੋਲੀਕਿਊਲਸ। ਕਿ ਸੋਲਵੇਟ ਆਈਸੋਮਰਸ ਕਿਹੜੇ ਆਈਸੋਮਰਸ ਹੋ ਗਏ ਕਿ ਜਿਨ੍ਹਾਂ ਦੇ ਵਿੱਚ ਕੰਪੋਜੀਸ਼ਨ ਉਹਨਾਂ ਦੀ ਸੇਮ ਹੋਏਗੀ, ਆਈਸੋਮਰਸ ਦੀ ਮੋਲੀਕੂਲਰ ਕੰਪੋਜੀਸ਼ਨ ਜਾਂ ਫਾਰਮੂਲਾ ਵਿਲ ਬੀ ਸੇਮ ਬਟ ਦੇ ਵਿਲ ਡਿਫਰ ਇਨ ਦੀ ਨੰਬਰ ਆਫ ਦੀ ਯੂ ਕੈਨ ਸੇ ਕਿ ਸੋਲਵੈਂਟ ਮੋਲੀਕਿਊਲਸ। मतलब कि ਜਿੰਨਾ ਇਹ ਆਈਸੋਮਰ ਉਹਨਾਂ ਕੰਪਾਊਂਡਸ ਦੇ ਵਿੱਚ ਹੀ ਪੋਸੀਬਲ ਹੈ ਜਿਨ੍ਹਾਂ ਦੇ ਵਿੱਚ solvent molecules present ਹੋਣਗੇ, either they are present as ligands or as free molecules। मतलब कि ਇਹ डिफरेंस किथे आएगा ਉਹਨਾਂ ਆਈਸੋਮਰਸ ਦੇ ਵਿੱਚ, ਨੰਬਰ ਆਫ ਦੀ solvent molecules ਜਿਹੜੇ ਕਿ ਇੱਕ ligand ਦੇ ਵਾਂਗ ਐਕਟ ਕਰ ਰਹੇ ਹਨ। मतलब we will take one example, ਜਿਸ ਤਰ੍ਹਾਂ ਮੰਨ ਲੀजिए ਇੱਥੇ ਹੈਗਾ क्रोमियम क्लोराइड हेक्साहाइड्रेट, ਇਹ ਇਹਦਾ एम्पिरिकल ਫਾਰਮੂਲਾ ਸੀ ਲਿਖਿਆ। ਹੁਣ ਜੇਕਰ ਆਪਾਂ ਇਸ ਕੇਸ ਦੇ ਵਿੱਚ ਦੇਖਾਂਗੇ ਇਹ ਹੈਕਸਾਹਾਈਡਰੇਟ ਹੈ, मतलब 6 ਵਾਟਰ ਮੋਲੀਕਿਊਲਸ मैंने कि सॉल्वेंट मॉलिक्यूल्स आर देयर। ਹੁਣ ਜੇਕਰ ਆਪਾਂ ਇਹਦੇ ਸੋਲਵੇਟ ਜਾਂ ਹਾਈਡਰੇਟ ਆਈਸੋਮਰਸ ਲਿਖਣਾ ਚਾਹੀਏ तो किस तरह लिखांगे, क्रोमियम 6 वाटर मॉलिक्यूल्स आर देयर ते एक ਇਹਦਾ ਜਿਹੜਾ ਆਈਸੋਮਰ ਹੋਏਗਾ that will be this। सेकंड ਇਹਦਾ ਆਈਸੋਮਰ ਜਿਹੜਾ ਪੋਸੀਬਲ ਹੈ ਉਹ ਕਿਹੜਾ ਹੈ, क्रोमियम H2O 5 Cl ਤੇ Cl2 and 1 water molecule। थर्ड ਜਿਹੜਾ ਇਹਦਾ ਆਈਸੋਮਰ ਪੋਸੀਬਲ ਹੈ that is Cr H2O4 Cl2 Cl2H2O and the next possible isomer is Cr H2O3 Cl3 3H2O। ਇਹ ਜਿਹੜੇ ਮੈਂ ਹੁਣ ਚਾਰ ਲਿਖੇ, ਚਾਰੋਂ ਦੇ ਚਾਰੋਂ ਕੀ ਹੈ, ਸੋਲਵੇਟ ਜਾਂ ਹਾਈਡਰੇਟ ਆਈਸੋਮਰਸ। ਹੁਣ ਇਸ ਕੇਸ ਦੇ ਵਿੱਚ ਜੇਕਰ ਆਪਾਂ ਦੇਖਦੇ ਆ ਇੱਥੇ ਸੋਲਵੈਂਟ ਮੋਲੀਕਿਊਲਸ ਜਿਹੜੇ ਇਸ ਆਈਸੋਮਰ ਦੇ ਵਿੱਚ solvent molecules which are present as ligands ਦੇ ਵਾਂਗ 6 ਜਿਹੜੇ ਆ solvent molecules present ਹੈ but free molecule ਦੇ ਵਾਂਗ ਬਾਹਰ मतलब coordination sphere ਤੋਂ ਬਾਹਰ ਕੋਈ water molecule ਹੈ। next ਜੇਕਰ ਆਪਾਂ ਦੇਖੀਏ next isomer ਦੇ ਕੇਸ ਦੇ ਵਿੱਚ ਕੀ ਹੈ ਕਿ there are 5 solvent molecules which are present as ligand and 1 water molecule is present as free molecule। next ਜੇਕਰ ਆਪਾਂ ligand ਦੀ ਗੱਲ ਕਰਾਂਗੇ next ligand ਦੇ ਕੇਸ ਦੇ ਵਿੱਚ ਕੀ ਹੈ 4 ਜਿਹੜੇ ਵਾਟਰ ਮੋਲੀਕਿਊਲ ਜਾਂ ਸੋਲਵੈਂਟ ਮੋਲੀਕਿਊਲ ਲਿਗੈਂਡ ਦੇ ਵਾਂਗ ਲੱਗੇ ਹੋਏ ਆ ਤੇ 2 ਜਿਹੜੇ ਵਾਟਰ ਮੋਲੀਕਿਊਲਸ ਹੈ ਜਾਂ ਸੋਲਵੈਂਟ ਮੋਲੀਕਿਊਲਸ ਹੈ ਦੇ ਆਰ ਪ੍ਰੈਜ਼ੈਂਟ ਐਸ ਫ੍ਰੀ ਮੋਲੀਕਿਊਲਸ। ਤੇ ਇਸ ਕੇਸ ਦੇ ਵਿੱਚ 3 ਵਾਟਰ ਮੋਲੀਕਿਊਲ ਜਿਹੜੇ ਆਪਣੇ ਕੋਲ ਬ੍ਰੈਕਟ ਦੇ ਅੰਦਰ ਹੈ ਮਤਲਬ ਲਿਗੈਂਡਸ ਦੇ ਵਾਂਗ ਐਕਟ ਕਰ ਰਹੇ ਆ ਤੇ 3 ਵਾਟਰ ਮੋਲੀਕਿਊਲਸ ਜਿਹੜੇ ਆ ਦੇ ਆਰ ਪ੍ਰੈਜ਼ੈਂਟ ਐਸ ਫ੍ਰੀ ਸੋਲਵੈਂਟ ਮੋਲੀਕਿਊਲਸ। मतलब ਇਹ ਸਾਰੇ ਜਿਹੜੇ ਆ these all are the hydrate or solvent isomers।
ਤੇ ਸੋਲਵੈਂਟ ਜਾਂ ਹਾਈਡਰੇਟ ਆਈਸੋਮਰਸ ਕਿਹੜੇ ਹੋ ਗਏ ਜਿੰਨਾ ਕੰਪਾਊਂਡਸ ਦੀ ਕੰਪੋਜੀਸ਼ਨ ਸੇਮ ਹੈ, ਜਿੰਨੀਆਂ ਕਲੋਰੀਨ ਇਹਦੇ ਤੇ ਉਨੀਆਂ ਇਹਦੇ ਚ ਉਨੀਆਂ ਇਹਦੇ ਚ ਸੇਮ ਨੰਬਰ ਆਫ ਐਟਮਸ ਆ, ਜਿੰਨੇ ਵਾਟਰ ਮੋਲੀਕਿਊਲ ਇੱਕ ਆਈਸੋਮਰ ਦੇ ਵਿੱਚ ਹੈ ਉਨੀ ਇਹਦੇ ਵਿੱਚ ਹੈ ਟੋਟਲ, ਉਨੇ ਟੋਟਲ ਇਹਦੇ ਵਿੱਚ ਹੈ, ਐਂਡ ਦੀ ਫੋਰਥ ਵਨ ਆਲਸੋ ਹੈਜ਼ ਦੀ ਸੇਮ ਨੰਬਰ ਆਫ ਵਾਟਰ ਮੋਲੀਕਿਊਲਸ। ਸਿਰਫ ਵੇਰੀ ਕਿੱਥੇ ਕਰ ਰਹੇ ਹੈ, ਦੇ ਆਰ ਵੇਰਿੰਗ ਇਜ਼ ਕਿ ਵਾਟਰ ਮੋਲੀਕਿਊਲ ਕਿਸੇ ਇੱਕ ਕੰਪਾਊਂਡ ਦੇ ਵਿੱਚ ਆਪਣੇ ਆਈਸੋਮਰ ਦੇ ਵਿੱਚ ਜਿਹੜਾ ਹੈ ਨੰਬਰ ਆਫ ਵਾਟਰ ਮੋਲੀਕਿਊਲਸ ਜਿਹੜੇ ਕਿ ਬ੍ਰੈਕਟ ਦੇ ਅੰਦਰ ਤੇ ਬ੍ਰੈਕਟ ਤੋਂ ਬਾਹਰ ਜਿਹੜੇ ਆ ਉਹਨਾਂ ਦੇ ਵਿੱਚ ਵੇਰੀਏਸ਼ਨ ਹੋਏਗੀ, ਰਾਈਟ। ਤਾਂ ਇਹੋ ਜਿਹੇ ਆਈਸੋਮਰਸ ਨੂੰ ਅਸੀਂ ਕਹਿ ਦਿੰਦੇ ਹਾਂ ਸੋਲਵੈਂਟ ਜਾਂ ਹਾਈਡਰੇਟ ਆਈਸੋਮਰਸ। ਜਿਹੜੀ ਨੈਕਸਟ ਸਟਰਕਚਰਲ ਆਈਸੋਮੈਰਿਜ਼ਮ ਦੀ ਟਾਈਪ ਹੈ that is linkage isomerism। ਲਿੰਕੇਜ ਆਈਸੋਮੈਰਿਜ਼ਮ ਜਿਹੜੀ ਹੈ ਇਹ ਉਹਨਾਂ ਕੰਪਾਊਂਡਸ ਦੇ ਵਿੱਚ ਹੀ ਹੁੰਦੀ ਹੈ ਜਿਨ੍ਹਾਂ ਦੇ ਵਿੱਚ ਐਂਬੀਡੈਂਟੇਟ ਲਿਗੈਂਡਸ ਜਿਹੜੇ ਉਹ ਪ੍ਰੈਜ਼ੈਂਟ ਹੁੰਦੇ ਆ। It occurs in those compounds containing ambidentate ligands। ਹੁਣ ਇਹ ਐਂਬੀਡੈਂਟੇਟ ਲਿਗੈਂਡਸ ਕੀ ਹੁੰਦੇ ਆ? ਐਂਬੀਡੈਂਟੇਟ ਲਿਗੈਂਡਸ ਜਿਹੜੇ ਆ ਇਹ ਉਹ ਯੂਨੀਡੈਂਟੇਟ ਲਿਗੈਂਡਸ ਨੇ, unidentate ligands that contain more than one donor atom। यानी एम्बीडेंटेट लिगेंड्स केड़े लिगेंड्स होंदे ने? दे आर यूनिडेंटेट लिगेंड्स, मतलब कि डोनर एटम एक टाइम पे एक एटम ही डोनेट करेगी, बट दे कंटेन मोर देन वन डोनर एटम, मतलब ਉਹ ਲਿਗੈਂਡਸ ਜਿਨ੍ਹਾਂ ਕੋਲ ਇੱਕ ਤੋਂ ਜ਼ਿਆਦਾ ਡੋਨਰ ਐਟਮ ਅਵੇਲੇਬਲ ਹੁੰਦੀ ਹੈ ਇਹ ਇੱਕ ਟਾਈਮ ਤੇ ਇੱਕ ਐਟਮ ਹੀ ਡੋਨੇਟ ਕਰਦੀ ਹੈ ਤੇ ਇਹੋ ਜਿਹੇ ਲਿਗੈਂਡਸ ਨੂੰ ਅਸੀਂ ਕਹਿੰਦੇ ਆ ਐਂਬੀਡੈਂਟੇਟ ਲਿਗੈਂਡਸ। ਫॉर एग्जांपल ਸਾਡੇ ਕੋਲ ਐਂਬੀਡੈਂਟੇਟ ਲਿਗੈਂਡ ਜਿਵੇਂ NO2 ਨਾਈਟ੍ਰੋ ਹੋ ਗਿਆ, SCN that is thiocyanate, thio SCN is known as thiocyanate, NO2 is ਨਾਈਟ੍ਰੋ। ਹੁਣ NO2 ਦੇ ਵਿੱਚ ਨਾਈਟ੍ਰੋਜਨ ਐਟਮ ਜਿਹੜੀ ਉਹ ਵੀ ਡੋਨਰ ਐਟਮ ਦੇ ਵਾਂਗ ਐਕਟ ਕਰ ਸਕਦੀ ਹੈ, ਇਲੈਕਟ੍ਰੋਨ ਪੇਅਰ ਡੋਨੇਟ ਕਰ ਸਕਦੀ ਹੈ। ਦੂਸਰੀ ਤਰਫ ਆਕਸੀਜਨ ਐਟਮ ਜਿਹੜੀ ਹੈ that can also donate, ਤੇ NO2 ਨੂੰ ਆਪਾਂ ONO ਵੀ ਲਿਖ ਸਕਦੇ ਹਾਂ, ਬਟ ਇਹ ਕਿਸ ਕੇਸ 'ਚ ਲਿਖਾਂਗੇ? ਜਦ ਆਕਸੀਜਨ ਜਿਹੜੀ ਉਹ ਡੋਨਰ ਐਟਮ ਦਾ ਕੰਮ ਕਰੇਗੀ। when nitrogen is donating, ਜਦ ਉਹ ਡੋਨਰ ਐਟਮ ਦਾ ਕੰਮ ਕਰੇਗੀ then it is written as NO2। Similarly, ਸਾਡੇ ਕੋਲ ਦੂਸਰਾ ਐਂਬੀਡੈਂਟੇਟ ਲਿਗੈਂਡ that is SCN। SCN is known as thiocyanate। ਹੁਣ ਜਦ ਆਪਾਂ thiocyanate ਕਹਿੰਦੇ ਆ ਤਦ ਮਤਲਬ ਕਿ ਸਲਫਰ ਐਟਮ that is donating the electron pair। ਪਰ ਜੇ ਮੈਂ ਇਹਨੂੰ ਲਿਖਦਾ NCS, ਮੈਨੇ ਨਾਈਟ੍ਰੋਜਨ ਐਟਮ ਜਿਹੜਾ ਉਹ ਇਲੈਕਟ੍ਰੋਨ ਪੇਅਰ ਜਿਹੜਾ ਡੋਨੇਟ ਕਰੇਗੀ। ਫਿਰ ਆਪਾਂ ਇਹਨੂੰ ਕਹਿ ਦਿੰਦੇ ਆ ਆਈਸੋ thiocyanate, ਰਾਈਟ। तो एम्बीडेंटेट लिगेंड्स केड़े लिगेंड्स हो गए जिन्ना कोले एक तो ज्यादा जेडी है डोनर एटम प्रेजेंट होंदी ते जिन्ना कंपाउंड्स दे विच एम्बीडेंटेट लिगेंड्स प्रेजेंट होंदे हैं दे कैन ओनली शो लिंकेज आइसोमेरिज्म। सिर्फ वही कंपाउंड्स जेडे लिंकेज आइसोमेरिज्म जेडी वो शो कर सकते हैं। तो वी कैन टेक एग्जांपल, फॉर एग्जांपल सपोज साडे कोले लिगेंड कोऑर्डिनेट कंपाउंड है NO2। ਹੁਣ ਇਹਦਾ ਲਿੰਕੇਜ ਆਈਸੋਮਰ ਕੀ ਹੋਏਗਾ? ਇਹਦੇ ਵਿੱਚ ਆਪਣੇ ਕੋਲ ਐਂਬੀਡੈਂਟੇਟ ਲਿਗੈਂਡ ਪ੍ਰੈਜ਼ੈਂਟ ਹੈ, ਸੋ ਇਹਦਾ ਲਿੰਕੇਜ ਆਈਸੋਮਰ ਕੀ ਹੋ ਜਾਏਗਾ? CONH3 5ONO पॉजिटिव। मतलब ONO मींस नाइट्राइटो। नाइट्राइटो का मतलब कि जेडी लिंकेज है दैट इज थ्रू ऑक्सीजन एटम, मतलब ऑक्सीजन एटम जेड़ा वो डोनर का काम कर रही है। इस केस दे विच नाइट्रोजन एटम जेड़ा दैट इज एक्टिंग एज अ डोनर एटम। सिमिलरली ਆਪਾਂ thiocyanate वाली भी एग्जांपल ले सकते हैं। सपोज वी हैव द complex compound 2 positive। ਹੁਣ ਇਹਦਾ ਜਿਹੜਾ ਹੈ ਇੱਥੇ SCN मैंने सल्फर एटम इज एक्टिंग एज अ डोनर एटम। ਹੁਣ ਜੇਕਰ ਆਪਾਂ ਇੱਥੇ ਇਹਦਾ ਲਿੰਕੇਜ ਆਈਸੋਮਰ ਲਿਖਣਾ ਹੋਏਗਾ ਇਟ ਵਿਲ ਬੀ CrH2O5 NCS2। ਇਹ ਕੁਝ ਐਗਜ਼ਾਮਪਲਸ ਨੇ ਲਿੰਕੇਜ ਆਈਸੋਮਰਸ ਦੀਆਂ। ਤੇ ਲਿੰਕੇਜ ਆਈਸੋਮੈਰਿਜ਼ਮ ਜਿਹੜੀ ਹੈ ਇਹ ਉਹਨਾਂ ਕੰਪਾਊਂਡਸ ਦੇ ਵਿੱਚ ਹੁੰਦੀ ਹੈ ਜਿਨ੍ਹਾਂ ਵਿੱਚ ਐਂਬੀਡੈਂਟੇਟ ਲਿਗੈਂਡਸ ਜਿਹੜੇ ਉਹ ਪ੍ਰੈਜ਼ੈਂਟ ਹੋਣਗੇ, ਰਾਈਟ। नेक्स्ट टाइप है coordination isomerism, that is this is the last or fourth type of the structural isomerism। पहले आप समझ लिए कि coordination isomerism है कि
ਕੋਆਰਡੀਨੇਸ਼ਨ ਆਈਸੋਮੈਰਿਜ਼ਮ ਕੀ ਹੈ ਬੇਸਿਕਲੀ, ਇਹ ਉਹਨਾਂ ਕੰਪਾਊਂਡਸ ਦੇ ਵਿੱਚ ਹੀ ਪੋਸੀਬਲ ਹੈ, ਇਹ ਕਹਿ ਲਓ ਉਹਨਾਂ ਸੋਲਟਸ ਦੇ ਵਿੱਚ ਹੀ ਪੋਸੀਬਲ ਹੈ ਜਿਹਦੇ ਪੋਜ਼ਿਟਿਵ ਤੇ ਨੈਗੇਟਿਵ ਦੋਨੋਂ ਆਇਨਸ ਜਿਹੜੇ ਆ ਉਹ ਕੰਪਲੈਕਸ ਸੋਲਟ ਹੋਣ ਜਾਂ ਕੋਆਰਡੀਨੇਟ ਕੰਪਾਊਂਡ ਹੋਣ। मतलब we will understand this type of isomerism with the help of one example we will see। जिस तरह for example ਇੱਥੇ ਮੈਂ ਇੱਕ ਸੋਲਟ ਲਿਖਿਆ ਹੋਇਆ ਜਿਹਦੇ ਵਿੱਚ ਇਹਦਾ ਕਟਾਇਨ ਤੇ ਅਨਾਇਨ ਦੋਨੋਂ ਜਿਹੜੇ ਹੈ ਉਹ ਕੰਪਲੈਕਸ ਕੰਪਾਊਂਡ। ਕਿਸ ਤਰ੍ਹਾਂ, ਜੇਕਰ ਆਪਾਂ ਇਸ ਕੰਪਲੈਕਸ ਆਇਨ ਕੰਪਾਊਂਡ ਨੂੰ ਵੇਖੀਏ, ਇਸ ਕੇਸ ਦੇ ਵਿੱਚ ਕ੍ਰੋਮੀਅਮ ਦੀ ਜਿਹੜੀ ਆਕਸੀਡੇਸ਼ਨ ਸਟੇਟ ਹੈ that is +3, ਸਾਇਨਾਈਡ ਦੇ ਉੱਪਰ ਚਾਰਜ ਕਿੰਨਾ ਹੁੰਦਾ -1, ਸੋ ਟੋਟਲ ਕਿੰਨਾ ਹੋ ਗਿਆ ਇੱਥੇ -6, ਤੇ ਓਵਰਆਲ ਇਹਦੇ ਉੱਪਰ ਚਾਰਜ ਫਿਰ ਕਿੰਨਾ ਹੋ ਗਿਆ -3, ਤੇ ਜੇ ਇਹਦੇ ਤੇ -3 ਹੈ, ਸਿਮਿਲਰਲੀ ਇਨ ਦਿਸ ਕੇਸ ਦੈਨ ਦੀ ਕਟਾਇਨ ਵਿਲ ਪੋਜ਼ੈਸ +3 ਚਾਰਜ। ਹੁਣ ਆਪਾਂ ਜੇਕਰ ਗੱਲ ਕਰੀਏ ਇਹ ਇੱਕ ਸੋਲਟ ਦੇ ਪੋਜ਼ਿਟਿਵ ਤੇ ਨੈਗੇਟਿਵ ਜਿਹੜੇ ਆਇਨਸ ਹੈ, ਹੁਣ ਇਹ ਪੋਜ਼ਿਟਿਵ ਜਿਹੜਾ ਚਾਰਜਡ ਆਇਨ ਹੈ ਇਹ ਕੀ ਹੈ ਕੰਪਲੈਕਸ ਆਇਨ ਹੈ, ਸਿਮਿਲਰਲੀ ਜਿਹੜਾ ਨੈਗੇਟਿਵਲੀ ਚਾਰਜਡ ਆਇਨ ਹੈ ਉਹ ਵੀ ਕੀ ਹੈ ਇੱਕ ਕੰਪਲੈਕਸ ਆਇਨ ਹੈ। ਤੇ ਹੁਣ ਇਹਦਾ ਜਦ ਆਪਾਂ ਕੋਆਰਡੀਨੇਸ਼ਨ ਆਈਸੋਮਰ ਲਿਖਾਂਗੇ ਉਹ ਕਿਹਦੇ ਚ ਵੇਰੀ ਕਰੇਗਾ, ਉਹ ਕੋਆਰਡੀਨੇਸ਼ਨ ਆਈਸੋਮਰ ਜਦ ਆਪਾਂ ਲਿਖਾਂਗੇ we will just exchange the ligands। ਆਪਾਂ ਸਿਰਫ ਕੀ ਹੈ ਇਹਦਾ ਜਿਹੜਾ ਕੋਆਰਡੀਨੇਸ਼ਨ ਆਈਸੋਮਰ ਲਿਖਣਾ ਹੈ ਉਹਦੇ ਚ ਸਿਰਫ ਲਿਗੈਂਡਸ ਜਿਹੜੇ ਆ ਉਹ ਐਕਸਚੇਂਜ ਹੋਣੇ ਆ। ਜਿਸ ਤਰ੍ਹਾਂ ਮੰਨ ਲਓ ਇਹਦਾ ਜਦ ਆਪਾਂ ਲਿਖਾਂਗੇ ਕੋਆਰਡੀਨੇਸ਼ਨ ਆਈਸੋਮਰ that will be chromium ਦੇ ਨਾਲ ਹੁਣ ਆਪਾਂ ਕਿਹੜਾ ਲਿਗੈਂਡ ਲਗਾਤਾ ਅਮੋਨੀਆ ਲਿਗੈਂਡ, ਐਂਡ ਕੋਬਾਲਟ ਦੇ ਨਾਲ ਕਿਹੜਾ ਲਿਗੈਂਡ ਅਸੀਂ ਲਗਾਤਾ ਸਾਇਨਾਈਡ। ਹੁਣ ਇਸ ਕੇਸ ਦੇ ਵਿੱਚ ਜੇਕਰ ਆਪਾਂ ਦੇਖਦੇ ਹਾਂ again in this case this is -3, it is negatively charged and this is the positively charged ion of the salt, और ये दोनों की है complexes है। मतलब कि coordination isomerism ਜਿਹੜੀ ਹੈ ਇਹ ਉਹਨਾਂ ਸੋਲਟਸ ਦੇ ਵਿੱਚ ਪੋਸੀਬਲ ਹੈ, ਤਦ ਹੀ ਪੋਸੀਬਲ ਹੈ ਜਦ ਕਿਸੇ ਵੀ ਸੋਲਟ ਦੇ ਪੋਜ਼ਿਟਿਵ ਤੇ ਨੈਗੇਟਿਵ ਜਿਹੜੇ ਆਇਨਸ ਹੈ ਉਹ ਕੀ ਹੋਣ ਕੰਪਲੈਕਸ ਹੋਣ, ਦੇ ਆਰ ਕੰਪਲੈਕਸ ਕੰਪਾਊਂਡਸ ਔਰ ਕੰਪਲੈਕਸ ਸੋਲਟਸ। ਤੇ ਇਹਦਾ ਜਿਹੜਾ ਆਪਾਂ ਇਹੋ ਜਿਹੇ ਸੋਲਟਸ ਦਾ ਜਿਹੜਾ ਆਪਾਂ ਕੋਆਰਡੀਨੇਸ਼ਨ ਆਈਸੋਮਰ ਲਿਖਾਂਗੇ ਉਹ ਕਿਸ ਤਰੀਕੇ ਨਾਲ ਲਿਖਾਂਗੇ, ਵੀ ਵਿਲ ਜਸਟ ਉਹਨਾਂ ਦੀ ਕੀ ਹੈ ਡਿਸਟ੍ਰੀਬਿਊਸ਼ਨ ਜਿਹੜੀ ਲਿਗੈਂਡਸ ਦੀ ਹੈ, ਕਟਾਇਨ ਤੇ ਅਨਾਇਨ ਜਿਹੜਾ ਆਪਣਾ ਹੈ ਸੋਲਟ ਦਾ ਕਟਾਇਨ ਤੇ ਜਿਹੜਾ ਅਨਾਇਨ ਪਾਰਟ ਹੈ ਉਹਨਾਂ ਦੇ ਲਿਗੈਂਡਸ ਨੂੰ ਜਸਟ ਐਕਸਚੇਂਜ ਕਰਕੇ ਵੀ ਕੈਨ ਰਾਈਟ ਡਾਊਨ ਦੀ ਕੋਆਰਡੀਨੇਸ਼ਨ ਆਈਸੋਮਰਸ। तो ਇਹ ਅਸੀਂ ਬੇਟਾ ਸਟੂਡੈਂਟਸ ਅਸੀਂ ਬੇਸਿਕਲੀ ਜਿਹੜਾ ਹੈ ਕਿ ਚਾਰ ਤਰ੍ਹਾਂ ਦੀ ਸਟਰਕਚਰਲ ਆਈਸੋਮਰਿਜ਼ਮ ਡਿਸਕਸ ਕੀਤੀ ਇਨ ਕੋਆਰਡੀਨੇਸ਼ਨ ਕੰਪਾਊਂਡਸ। ਐਂਡ ਸਟਰਕਚਰਲ ਆਈਸੋਮਰਸ ਕੀ ਹੁੰਦੇ ਨੇ ਜਿਹੜੇ ਕਿ ਡਿਫਰ ਕਰਦੇ ਨੇ, ਜਿਨ੍ਹਾਂ ਦੀ ਕੰਪੋਜੀਸ਼ਨ ਸੇਮ ਹੈ ਬਟ ਦੇ ਡਿਫਰ ਇਨ देयर we can say in their properties, right? ਜਾਂ ਉਹਨਾਂ ਦੀ ਕੰਪੋਜੀਸ਼ਨ ਸੇਮ ਹੋਏਗੀ, ਪ੍ਰੋਪਰਟੀਜ਼ ਅਲੱਗ ਹੋ ਰਹੀਆਂ ਨੇ ਡਿਊ ਟੂ ਡਿਫਰੈਂਸ ਇਨ देयर ਸਟਰਕਚਰ। ਤੇ ਅਸੀਂ ਚਾਰ ਤਰ੍ਹਾਂ ਦੀ ਜਿਹੜੀ ਹੈ ਕਿ ਮੇਨਲੀ ਵੀ ਹੈਵ ਡਿਸਕਸ 4 ਟਾਈਪਸ ਆਫ ਸਟਰਕਚਰਲ ਆਈਸੋਮਰਿਜ਼ਮ। ਤੇ ਉਹ ਚਾਰ ਤਰ੍ਹਾਂ ਦੀ ਜਿਹੜੀ ਆਪਾਂ ਆਇਨਾਈਜੇਸ਼ਨ ਆਈਸੋਮਰ ਉਹਦੇ ਵਿੱਚ ਡਿਸਕਸ ਕੀਤਾ। ਵੀ ਹੈਵ ਡਿਸਕਸ ਦੀ solvate isomerism, we have discussed the linkage isomerism, and the fourth type of structural isomerism that we have discussed is coordination isomerism.